ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਡਾਕਟਰ ਗੌਰਵਜੀਤ। ਪਿਛਲੇ ਦਿਨਾਂ ਤੋਂ ਯੂਰੀਏ ਦੀ ਕਿੱਲਤ ਬਾਰੇ ਬੜੀਆਂ ਵੀਡੀਓਜ਼ ਦੇਖਣ ਨੂੰ ਮਿਲ ਰਹੀਆਂ ਨੇ। ਆਲੇ ਦੁਆਲੇ ਪਿੰਡਾਂ ਦੇ ਵਿੱਚ ਰੌਲਾ ਵੀ ਪਿਆ ਹੋਇਆ ਕਿ ਯੂਰੀਆ ਹੈ ਨਹੀਂ, ਅਤੇ ਉਸ ਦੇ ਬਦਲ ਵਜੋਂ ਵੇਸਟ ਡੀਕੰਪੋਜ਼ਰ ਨੂੰ ਦੇਖਿਆ ਜਾ ਰਿਹਾ ਜਾਂ ਬਹੁਤ ਸਾਰੀਆਂ ਵੀਡੀਓਆਂ ਦੇ ਵਿੱਚ ਦੱਸਿਆ ਵੀ ਜਾ ਰਿਹਾ। ਪਰ ਮੇਰੇ ਤਜਰਬੇ ਇਹਦੇ ਬਾਰੇ ਕੀ ਕਹਿੰਦੇ ਨੇ, ਕਿਉਂਕਿ ਮੈਂ ਪਿਛਲੇ ਲਗਭਗ 1.5 ਸਾਲ ਤੋਂ ਇਸ ਨੂੰ ਵਰਤ ਰਿਹਾ, ਅਤੇ ਇਹਦੇ ਨਾਲ ਹੀ ਖੋਜਾਂ ਇਹਦੇ ਬਾਰੇ ਕੀ ਦੱਸਦੀਆਂ ਨੇ। ਤਾਂ ਇਸ ਵੀਡੀਓ ਵਿੱਚ ਜਿਹੜਾ ਹੈਗਾ ਮੈਂ ਰੈਫਰੈਂਸ ਲਊਂਗਾ ਡਾਕਟਰ ਕ੍ਰਿਸ਼ਨ ਚੰਦਰ ਦਾ। ਉਹਨਾਂ ਨੇ ਕਾਫੀ ਕੰਮ ਕੀਤਾ। NCOF ਗਾਜ਼ੀਆਬਾਦ ਸਰਕਾਰੀ ਕੇਂਦਰ ਹੈ ਇਹ, ਜਿਹੜਾ ਕਿ ਜੀਵਾਣੂਆਂ 'ਤੇ ਵੇਸਟ ਡੀਕੰਪੋਜ਼ਰ 'ਤੇ ਕੰਮ ਕਰਦਾ ਹੈ। ਅਤੇ ਇਸ ਦੇ ਨਾਲ ਹੀ ਸਾਇੰਸ ਡਾਇਰੈਕਟ ਦੇ ਵਿੱਚ ਦਿੱਤੀਆਂ ਖੋਜਾਂ ਦਾ ਉਹਨਾਂ ਦਾ ਮੈਂ ਰੈਫਰੈਂਸ ਲਊਂਗਾ। ਉਹ ਨਾਲ ਨਾਲ ਤੁਹਾਨੂੰ ਦੱਸੂਗਾ, ਉਹਨਾਂ ਬਾਰੇ ਗੱਲ ਕਰੂੰਗਾ। ਅਤੇ ਸਭ ਤੋਂ ਪਹਿਲਾਂ ਆਪਾਂ ਗੱਲ ਸ਼ੁਰੂ ਕਰਦੇ ਹਾਂ ਮੇਰੇ ਤਜਰਬਿਆਂ ਬਾਰੇ। ਡਾਕਟਰ ਕ੍ਰਿਸ਼ਨ ਚੰਦਰ ਜੀ ਦੀਆਂ ਵੀਡੀਓਆਂ ਦੇਖਣ ਤੋਂ ਬਾਅਦ ਮੈਂ ਇਹ ਪ੍ਰੋਡਕਟ ਹੈ ਜਿਹੜਾ ਉਹ ਐਮਾਜ਼ੋਨ ਤੋਂ ਔਨਲਾਈਨ ਮੰਗਵਾਇਆ, ਅਤੇ ਮੈਨੂੰ ਇਹ 20 ਰੁਪਏ ਸ਼ੀਸ਼ੀ ਪਲੱਸ ਜਿਹੜਾ ਭੇਜਣ ਦਾ ਡਾਕ ਖਰਚ ਵੱਖ ਪਿਆ। ਅਤੇ ਮੈਂ ਇਹ ਪਹਿਲਾਂ ਕੰਮ ਸ਼ੁਰੂ ਕੀਤਾ ਸੀ, ਜਿਹੜੀ ਖੇਲ ਹੁੰਦੀ ਆ ਆਪਣੀ ਜਿਹਦੇ ਵਿੱਚ ਪਾਣੀ ਗਿਰਦਾ, ਅਤੇ ਉਹਦੇ ਵਿੱਚ ਲਿਫਾਫਾ ਵਿਛਾ ਕੇ ਕੰਮ ਸ਼ੁਰੂ ਕੀਤਾ। ਅਤੇ ਉਸ ਤੋਂ ਬਾਅਦ ਫਿਰ ਮੈਂ 200 ਲੀਟਰ ਦੇ 2 ਢੋਲ ਲਿਆਇਆ, ਉਹਨਾਂ ਦੇ ਵਿੱਚ ਕੰਮ ਸ਼ੁਰੂ ਕੀਤਾ। ਅਤੇ ਪਿਛਲੇ ਸਾਲ ਮੈਂ ਕਣਕ ਦੇ ਉੱਪਰ ਇੰਨੀਆਂ 2-2 ਸਪਰੇਹਾਂ ਕੀਤੀਆਂ। ਹਾਲਾਂਕਿ ਮੈਨੂੰ ਇਸ ਦੇ ਬਹੁਤੇ ਸਾਰਥਕ ਨਤੀਜੇ ਸਾਹਮਣੇ ਨਹੀਂ ਆਏ, ਦੇਖਣ ਨੂੰ ਮਿਲੇ। ਸ਼ਾਇਦ ਉਹ ਤਾਂ ਕਰਕੇ ਨਹੀਂ ਮਿਲੇ ਕਿਉਂਕਿ ਮੈਂ ਉਹ ਕਣਕ ਦੇ ਉੱਪਰ ਕਰਦਾ ਰਿਹਾ, ਉਹਦੇ ਨਾਲ ਬਰਾਬਰ ਦੇ ਉੱਪਰ ਇਹੋ ਜਿਹੀ ਕਣਕ ਮੈਂ ਕੋਈ ਰੱਖੀ ਹੋਈ ਨਹੀਂ ਜਿਹਦੇ ਨਾਲ ਮੈਂ ਉਹਦਾ ਕੰਪੈਰੀਜ਼ਨ ਕਰਕੇ ਦੇਖ ਸਕਦਾ ਵੀ ਆਹ ਕਿਹੋ ਜਿਹੀ ਹੈ, ਆਹ ਕਿਹੋ ਜਿਹੀ ਹੈ। ਅਤੇ ਦੂਸਰੀ ਗੱਲ ਇਹ ਵੀ ਹੋ ਸਕਦੀ ਹੈ ਕਿਉਂਕਿ ਵੇਸਟ ਡੀਕੰਪੋਜ਼ਰ ਨੂੰ ਜਿਹੜਾ ਕੰਮ ਕਰਨ ਵਾਸਤੇ ਉਸ ਖੇਤ ਦੇ ਵਿੱਚ ਮੱਲੜ ਦਾ ਹੋਣਾ ਬਹੁਤ ਜ਼ਰੂਰੀ ਹੈ, ਜਾਣੀ ਕਿ ਰੂੜੀ ਖਾਦ ਹੋ ਗਈ ਜਿਵੇਂ, ਜਾਂ ਪੌਦਿਆਂ ਦੀ ਰਹਿੰਦ ਖੂੰਹਦ ਜਿਵੇਂ ਪਰਾਲੀ। ਇਹ ਚੀਜ਼ਾਂ ਹੋਣੀਆਂ ਲਾਜ਼ਮੀ ਨੇ, ਜਿਹੜੀ ਕਿ ਪਿਛਲੇ ਕਈ ਸਾਲਾਂ ਤੋਂ ਨਾ ਅਸੀਂ ਰੂੜੀ ਪਾਈ ਹੈ ਖੇਤ 'ਚ, ਅਤੇ ਅੱਗ ਵੀ ਬਕਾਇਦਾ ਪਿਛਲੇ ਕਈ ਸਾਲਾਂ ਤੋਂ ਲੱਗਦੀ ਵੀ ਆ ਰਹੀ ਹੈ। ਅਤੇ ਪਹਿਲਾਂ ਮੈਂ ਠੇਕੇ 'ਤੇ ਦਿੱਤੀ ਹੋਈ ਸੀ ਜ਼ਮੀਨ, ਪਿਛਲੇ 2 ਸਾਲ ਤੋਂ ਆਪ ਕਰਨ ਲੱਗਿਆ। ਹਾਲਾਂਕਿ ਝਾੜ ਬਾਬਤ ਮੈਨੂੰ ਉਹੋ ਜਿਹੇ ਨਤੀਜੇ ਨਹੀਂ ਮਿਲੇ, ਸ਼ਾਇਦ ਮਿਲੇ ਵੀ ਹੋਣਗੇ, ਮੈਂ ਉਹਨਾਂ ਨੂੰ ਉਸ ਤਰੀਕੇ ਨਾਲ ਨਹੀਂ ਦੇਖ ਪਾਇਆ। ਪਰ ਜੋ ਮੈਨੂੰ ਦੇਖਣ ਨੂੰ ਮਿਲਿਆ ਉਹਦੇ 'ਚ ਇਹ ਸੀ ਕਿ ਜਿਵੇਂ ਮੈਂ ਇਹਦੇ 'ਚ ਮਾਰਬਲ ਦੇ ਟੁਕੜੇ, ਜਿਹੜਾ ਆਪਣੇ ਘਰੇ ਪੱਥਰ ਹੁੰਦਾ ਉਹਦੇ ਸਿੱਟਦਾ ਰਿਹਾ, ਅਤੇ ਉਹ ਮਾਰਬਲ ਜਿਹੜਾ ਹੈ ਆਪਾਂ ਨੂੰ ਪਤਾ ਹੀ ਹੈ ਕੈਲਸ਼ੀਅਮ ਉਹਦੇ ਵਿੱਚ ਹੁੰਦਾ, ਅਤੇ ਪੂਰੇ ਤਰੀਕੇ ਨਾਲ ਇਹ ਕੁਛ ਦਿਨਾਂ ਬਾਅਦ 20-25 ਦਿਨਾਂ ਤੱਕ ਉਹਨੂੰ ਕਾਫੀ ਹੱਦ ਤੱਕ ਖੋਰ ਦਿੰਦਾ ਸੀ। ਜੇ ਹੋਰ ਦਿਨ ਮੈਂ ਉਹਦੇ 'ਚ ਸਿੱਟੀ ਰੱਖਦਾ ਤਾਂ ਬਿਲਕੁਲ ਹੀ ਖ਼ਤਮ ਹੀ ਕਰ ਦੇਣਾ ਸੀ। ਇਸੇ ਤਰੀਕੇ ਨਾਲ ਲੋਹਾ, ਤਾਂਬਾ, ਉਹਨਾਂ ਦੇ ਉੱਪਰੋਂ ਪੂਰੀ ਜੜ ਲਾ ਦਿੰਦਾ ਸੀ ਇਹ, ਅਤੇ ਵਿੱਚੋਂ ਖੋਰ ਵੀ ਦਿੰਦਾ ਸੀ। ਤਾਂ ਹੁਣ ਇਸ ਤਰੀਕੇ ਨਾਲ ਉਹ ਲੋਹਾ, ਤਾਂਬਾ, ਕੈਲਸ਼ੀਅਮ, ਇਹੋ ਜਿਹੇ ਹੋਰ ਤੱਤ ਇਹ ਸਾਰੇ ਵੇਸਟ ਡੀਕੰਪੋਜ਼ਰ ਦੇ ਵਿੱਚ ਆ ਗਏ। ਤਾਂ ਜਦੋਂ ਆਪਾਂ ਇਹਦੀ ਸਪਰੇਅ ਕਰਾਂਗੇ ਤਾਂ ਉਹ ਸਾਰੇ ਕਿੱਥੇ ਜਾਣਗੇ? ਪੌਦਿਆਂ ਦੇ ਉੱਪਰ ਜਾਣਗੇ, ਅਤੇ ਪੌਦੇ ਉਹਨਾਂ ਨੂੰ ਜਜ਼ਬ ਕਰ ਲੈਣਗੇ। ਅਤੇ ਅਗਲੀ ਜਿਹੜੀ ਗੱਲ ਮੈਂ ਹੋਰ ਦੇਖੀ ਇਹਦੇ 'ਚ, ਜਿਹੜੀ ਜ਼ਮੀਨ ਦੇ ਵਿੱਚ ਰੋੜ ਸੀਗੇ ਉਹ ਰੋੜਾਂ ਨੂੰ ਇਹਨੇ ਕਾਫੀ ਹੱਦ ਤੱਕ ਖ਼ਤਮ ਕਰਤਾ। ਪਰ ਜੇ ਮੈਂ ਉਸ ਮਾਤਰਾ ਦੇ ਵਿੱਚ, ਲੋੜੀਂਦੀ ਮਾਤਰਾ ਦੇ ਵਿੱਚ ਇਹਨੂੰ ਪਾਉਂਦਾ ਰਹਾਂ ਜਾਂ ਪਾਉਂਦਾ ਰਹਿੰਦਾ ਤਾਂ ਮੈਨੂੰ ਲੱਗਦਾ ਉਹ ਰੋੜ ਬਿਲਕੁਲ ਖ਼ਤਮ ਹੀ ਕਰ ਦੇਣੀ ਸੀ ਇਹਨੇ। ਅਤੇ ਇੱਕ ਤਜਰਬਾ ਜਿਹੜਾ ਮੈਂ ਹੋਰ ਕੀਤਾ ਉਹ ਇਹ ਸੀ ਕਿ 3 ਕਿਸਮ ਦੇ ਤੇਲ ਵਾਲੇ ਬੀਜ ਅਤੇ 3 ਕਿਸਮ ਦੇ ਪ੍ਰੋਟੀਨ ਵਾਲੇ ਬੀਜ, ਜਿਵੇਂ ਤੇਲ ਵਾਲੇ ਆਪਣੇ ਕੋਲ ਸਰੋਂ ਹੋ ਗਈ, ਤਿਲ ਹੋ ਗਏ, ਅਤੇ ਪ੍ਰੋਟੀਨ ਵਾਲੇ ਜਿਵੇਂ ਦਾਲਾਂ ਹੋ ਗਈਆਂ, ਇਹਨਾਂ ਨੂੰ ਮੈਂ ਇਕੱਠੇ ਕਰਕੇ ਇਹਨਾਂ ਨੂੰ ਮਿਕਸੀ ਕਰਕੇ ਇਹਦੇ ਵਿੱਚ ਪਾਇਆ, ਅਤੇ ਇਹਦਾ ਬਕਾਇਦਾ ਜਿਹੜਾ ਹੈਗਾ ਉਹ ਸਪਰੇਅ ਕੀਤਾ, ਜਿਹਦੇ ਮੈਨੂੰ ਸਾਰਥਕ ਨਤੀਜੇ ਮਿਲੇ। ਹੁਣ ਨਤੀਜੇ ਮੈਨੂੰ ਜੋ ਵੀ ਮਿਲੇ, ਪਰ ਮੈਂ ਇਸ ਐਕਸਪੈਰੀਮੈਂਟ ਨੂੰ ਬੰਦ ਨਹੀਂ ਕਰਨ ਲੱਗਾ। ਇਸ ਵਾਰੀ ਮੈਂ ਇਸ ਦੀ ਮਾਤਰਾ ਨੂੰ ਵਧਾਉਂਦੇ ਹੋਏ ਉਹ 1000 ਲੀਟਰ ਦਾ ਟੈਂਕ ਖੇਤ 'ਚ ਲਿਆ ਕੇ ਰੱਖਿਆ, ਅਤੇ ਮੈਂ ਉਹਨੂੰ ਕਿੱਲੇ ਵਾਰ 1000 ਲੀਟਰ ਇਹਦਾ ਘੋਲ ਬਣਾ ਕੇ ਹਰ ਇੱਕ ਕਿੱਲੇ ਦੇ ਵਿੱਚ ਛੱਡੂੰਗਾ,
ਕਿਉਂਕਿ ਮੈਂ ਹੋਰ ਇਹਦੇ ਬਾਰੇ ਪੜ੍ਹਿਆ, ਹੋਰ ਇਹਦੇ ਬਾਰੇ ਸੁਣਿਆ, ਤਾਂ ਜਿੰਨਾ ਕੁ ਮੈਂ ਇਹਦੇ ਬਾਰੇ ਪੜ੍ਹਿਆ ਮੈਨੂੰ ਪਤਾ ਲੱਗਿਆ ਕਿ ਲਗਭਗ 1000 ਲੀਟਰ ਤੁਹਾਨੂੰ ਇਹ 1 ਕਿੱਲੇ ਦੇ ਵਿੱਚ ਚੰਗੇ ਨਤੀਜੇ ਦੇਊਗਾ। ਆਹ ਵੀਡੀਓ ਇਹਦੇ ਘੋਲ ਦੇ ਵਿਚਲੀ ਹੈ ਤੇ ਇਸ ਤਰੀਕੇ ਦਾ ਇਹ ਘੋਲ ਬਣ ਜਾਏਗਾ। ਇਹਨੂੰ ਬਣਾਉਣ ਦਾ ਤਰੀਕਾ ਬੜਾ ਸੌਖਾ ਹੈ। ਜਿਵੇਂ 1000 ਲੀਟਰ ਪਾਣੀ ਦੇ ਵਿੱਚ 10 ਕਿਲੋ ਗੁੜ ਪਾ ਕੇ ਘੋਲ ਲਓ ਅਤੇ ਉਸ ਦੇ ਵਿੱਚ ਵੇਸਟ ਡੀਕੰਪੋਜ਼ਰ ਹੈ ਜਿਹੜਾ ਉਹ ਚੰਗੀ ਤਰ੍ਹਾਂ ਮਿਲਾ ਦਿਓ। ਸਵੇਰੇ ਸ਼ਾਮ ਇਹਨੂੰ ਘੋਲਦੇ ਰਹੋ ਅਤੇ 4-5 ਦਿਨਾਂ ਬਾਅਦ ਇਹਦੇ 'ਚੋਂ ਸਾਂ ਦੀ ਆਵਾਜ਼ ਆਉਣ ਲੱਗ ਜਾਏਗੀ, ਤਾਂ ਸਮਝ ਲਓ ਕਿ ਇਹ ਤਿਆਰ ਹੋ ਗਿਆ। ਅਤੇ ਹੋਰ ਜਿਵੇਂ ਲੋਹਾ ਹੈ, ਤਾਂਬਾ ਹੈ, ਉਹਦੇ ਤੱਤ ਤੁਸੀਂ ਇਹਦੇ 'ਚ ਪਾਉਣ ਵਾਸਤੇ ਲੋਹਾ 'ਚ ਸਿੱਟ ਸਕਦੇ ਹੋ, ਤਾਂਬਾ ਸਿੱਟ ਸਕਦੇ ਹੋ। ਇਸ ਦੇ ਨਾਲ ਹੀ ਔਰਗੈਨਿਕ ਖੇਤੀ ਵਾਸਤੇ ਇਹ ਇੱਕ ਬਹੁਤ ਲਾਹੇਵੰਦ ਹੈ, ਇਹਨੂੰ ਵਰਤ ਸਕਦੇ ਹੋ। ਅਤੇ ਡਾਕਟਰ ਕ੍ਰਿਸ਼ਨ ਚੰਦਰ ਦੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਅਤੇ ਉਸ ਵੀਡੀਓ ਨੂੰ ਦੇਖ ਕੇ ਤੁਸੀਂ ਇਹਦੇ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਇਹਦੇ ਅਗਲੇ ਭਾਗ ਦੇ ਵਿੱਚ ਮੈਂ ਗੱਲ ਕਰੂੰਗਾ ਖੋਜਾਂ ਦੀ, ਅਤੇ ਇਹਦੇ 'ਚ ਕਿਹੜੇ ਬੈਕਟੀਰੀਆ ਨੇ ਉਹਨਾਂ ਦੀ। ਅਤੇ ਪਹਿਲੀ ਗੱਲ ਇਹਦੇ 'ਚ ਜਿਹੜੇ ਬੈਕਟੀਰੀਆ ਹੈਗੇ ਨੇ, ਸਿਊਡੋਮੋਨਾਸ ਫਲੋਰੋਸੈਂਸ ਹੈ, ਫਾਸਫੇਟ ਸੋਲੂਬਲਾਈਜ਼ਿੰਗ ਬੈਕਟੀਰੀਆ ਹੈ, ਓਜ਼ੋਟੋਬੈਕਟਰ ਹੈ। ਇਹਨਾਂ ਬੈਕਟੀਰੀਆ ਬਾਰੇ ਵੀ ਮੈਨੂੰ NCOF ਗਾਜ਼ੀਆਬਾਦ ਨੇ ਜਿਹੜੀ YouTube ਦੇ ਉੱਪਰ ਚੈਨਲ ਵੀ ਹੈ, ਡਾਕਟਰ ਕ੍ਰਿਸ਼ਨ ਚੰਦਰ ਹੋਰਾਂ ਨੇ ਵੀ ਇਹਦੇ ਬਾਰੇ ਦੱਸਿਆ ਹੋਇਆ ਅਤੇ ਉਹ ਤੁਸੀਂ ਦੇਖ ਸਕਦੇ ਹੋ। ਇਹਦੇ ਨਾਲ ਹੀ ਹੁਣ ਖੋਜਾਂ ਬਾਰੇ ਗੱਲ ਕਰਦੇ ਹਾਂ ਜੀ। ਕਿ ਜਿਹੜਾ ਫਾਸਫੋਰਸ ਹੈ ਇਹ ਦੂਸਰਾ ਜ਼ਰੂਰੀ ਤੱਤ ਹੈ ਪੌਦਿਆਂ ਵਾਸਤੇ, ਅਤੇ ਇਹ ਜਿਹੜਾ ਹੈ ਕੁਦਰਤੀ ਤੌਰ 'ਤੇ ਫਾਸਫੋਰਸ ਕੁਝ ਪੱਥਰਾਂ ਦੇ ਰੂਪ 'ਚ ਮਿਲਦਾ ਅਤੇ ਇਸ ਤਰੀਕੇ ਨਾਲ ਇਹਦੇ ਹੋਰ ਕੁਝ ਰੂਪਾਂ ਦੇ ਵਿੱਚ ਇਹ ਸਾਡੇ ਸਾਹਮਣੇ ਆਉਂਦਾ। ਪਰ ਅੱਗੇ ਇਹ ਦੱਸਦੇ ਨੇ ਕਿ ਜਦੋਂ ਫਾਸਫੇਟ ਦੀ ਜਿਹੜੀ ਉਪਲਬਧਤਾ ਹੈ ਉਹ ਘਟ ਜਾਵੇ ਤਾਂ ਇਸ ਨਾਲ ਜਿਹੜਾ ਫਸਲ ਹੈ ਉਸ ਦੇ ਉੱਪਰ ਕਾਫੀ ਅਸਰ ਪੈਂਦਾ। ਅਤੇ ਅੱਗੋਂ ਇਹ ਕਹਿੰਦੇ ਨੇ ਕਿ ਜਿਹੜਾ ਫਾਸਫੇਟ ਸੋਲੂਬਲਾਈਜ਼ਿੰਗ ਬੈਕਟੀਰੀਆ ਦੇ ਵਿੱਚ ਰਾਈਜ਼ੋਸਫੀਅਰ ਕਿਸਮ ਹੈ, ਇਹ ਜਿਹੜੀ ਇਨਆਰਗੈਨਿਕ ਫਾਸਫੇਟ ਹੈ, ਜਾਣੀ ਕਿ ਉਹ ਫਾਸਫੋਰਸ ਦੀ ਕਿਸਮ ਜਿਸ ਨੂੰ ਕਿ ਪੌਦੇ ਨਹੀਂ ਲੈ ਸਕਦੇ ਜਾਂ ਨਹੀਂ ਖਾ ਸਕਦੇ, ਉਸ ਨੂੰ ਇਹ ਇਸ ਤਰੀਕੇ ਦੇ ਫਾਸਫੋਰਸ ਵਿੱਚ ਬਦਲਦਾ ਹੈ ਜਿਸ ਨੂੰ ਕਿ ਜਿਹੜੇ ਪੌਦੇ ਨੇ ਉਹ ਆਸਾਨੀ ਨਾਲ ਖਾ ਸਕਣ। ਸਰੀਤਾ ਅਤੇ ਤੋਲਾਮਾਗੁਡੂ ਦੀ ਖੋਜ ਜਿਹੜੀ ਕਿ ਉਹਨਾਂ ਨੇ ਬਾਇਓ ਫਰਟੀਲਾਈਜ਼ਰ ਅਤੇ ਬਾਇਓ ਪੈਸਟੀਸਾਈਡ ਦੇ ਉੱਪਰ ਕੀਤੀ, ਉਸ ਦੇ ਵਿੱਚ ਇਹ ਫਾਸਫੋਰਸ ਸੋਲੂਬਲਾਈਜ਼ਿੰਗ ਬੈਕਟੀਰੀਆ ਜਿਹਦੇ ਵਿੱਚ ਸਿਊਡੋਮੋਨਸ, ਬੈਸੀਲਸ, ਮਾਈਕਰੋਕੋਕਸ, ਐਸਪਰਜਿਲਸ ਅਤੇ ਫਿਊਜ਼ੇਰੀਅਮ, ਇਸ ਤਰ੍ਹਾਂ ਦੇ ਬੈਕਟੀਰੀਆ ਉਹਨਾਂ ਦਾ ਰੋਲ ਬਾਰੇ ਇਹ ਦੱਸਦੇ ਨੇ। ਇਸ ਜਗ੍ਹਾ ਦੇ ਉੱਤੇ ਇੱਥੇ ਦੇਖੋ ਆ ਲਿਖਿਆ ਇਹਨਾਂ ਨੇ, ਦੇ ਕਨਵਰਟ ਦਾ ਨਾਨ ਅਵੇਲੇਬਲ ਇਨਆਰਗੈਨਿਕ ਫਾਸਫੇਟ ਟੂ ਇਟਸ ਸੋਲੂਬਲ ਫਾਰਮ, ਮਤਲਬ ਕਿ ਉਹ ਫਾਸਫੋਰਸ ਜਿਸ ਨੂੰ ਕਿ ਪੌਦੇ ਨਹੀਂ ਲੈ ਸਕਦੇ ਉਸ ਨੂੰ ਇਸ ਤਰ੍ਹਾਂ ਦੀ ਕਿਸਮ ਦੇ ਵਿੱਚ ਇਹ ਤਬਦੀਲ ਕਰ ਦਿੰਦੇ ਨੇ ਜਿਹਨੂੰ ਕਿ ਪੌਦੇ ਲੈ ਸਕਣ। ਫਿਰ ਉਸ ਤੋਂ ਅੱਗੇ ਨਾਲ ਦੀ ਨਾਲ ਇੱਥੇ ਦੇਖੋ ਇਹਨਾਂ ਨੇ ਲਿਖਿਆ, ਇਹ ਜਿਹੜੇ ਬੈਕਟੀਰੀਏ ਨੇ ਇਹ ਕ੍ਰੌਪ ਯੀਲਡ ਯਾਨੀ ਕਿ ਫਸਲ ਦੇ ਉਤਪਾਦਨ ਨੂੰ 200 ਤੋਂ 500 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਤੱਕ ਵਧਾ ਸਕਦੇ ਨੇ। ਸ਼ਸ਼ੀਧਰ ਅਤੇ ਪੋਡਾਈਲ ਦੀ ਇੱਕ ਖੋਜ ਦੇ ਵਿੱਚ ਜਗ੍ਹਾ 'ਤੇ ਦੇਖੋ ਅਤੇ ਲਿਖਿਆ ਕਿ ਜਿਹੜੇ ਫਾਸਫੇਟ ਸੋਲੂਬਲਾਈਜ਼ਿੰਗ ਬੈਕਟੀਰੀਆ ਹੈਗਾ, ਇਹ pH ਜਿਹੜਾ ਮਾਧਿਅਮ ਹੈ ਮਿੱਟੀ ਦਾ ਉਸ ਨੂੰ ਘਟਾਉਣ ਦੇ ਵਿੱਚ ਮਦਦ ਕਰਦੇ ਨੇ। ਜਾਣੀ ਕਿ ਜੇ pH ਵੱਧ ਗਈ ਹੋਵੇ, ਕਿਉਂਕਿ ਅਸੀਂ ਕਾਫੀ ਕੈਮੀਕਲਸ ਰਸਾਇਣ ਵਰਤਦੇ ਹਾਂ ਮਿੱਟੀ ਦੇ ਵਿੱਚ ਜੋ ਕਿ ਇਸ ਦੀ pH ਨੂੰ ਵਧਾ ਦਿੰਦੇ ਨੇ, ਤਾਂ ਉਸ ਨੂੰ ਘਟਾਉਣ ਦੇ ਵਿੱਚ ਜਿਹੜਾ PSB ਨੇ, ਫਾਸਫੋਰਸ ਸੋਲੂਬਲਾਈਜ਼ਿੰਗ ਬੈਕਟੀਰੀਆ ਇਹ ਹੈਗੇ ਨੇ, ਇਹ ਮਦਦ ਕਰਦੇ ਨੇ। ਹੁਣ ਗੱਲ ਕਰਦੇ ਹਾਂ ਸਿਊਡੋਮੋਨਾਸ ਫਲੋਰੈਸੈਂਸ ਬਾਰੇ। ਇਹ ਇੱਕ ਪਲਾਂਟ ਗਰੋਥ ਪ੍ਰਮੋਟਿੰਗ ਰਾਈਜ਼ੋਬੈਕਟੀਰੀਅਮ ਹੈ, ਜਾਣੀ ਕਿ ਬੈਕਟੀਰੀਆ ਦੀ ਇੱਕ ਕਿਸਮ ਹੈ। ਅਤੇ ਇਹ ਜਿਹੜੀ ਰਿਸਰਚ ਹੈ, ਖੋਜ ਹੈ, ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਿਊਡੋਮੋਨਾਸ ਫਲੋਰੈਸੈਂਸ ਬਾਰੇ ਗੱਲ ਕੀਤੀ ਗਈ ਹੈ ਕਿ ਇਹ ਕਿਵੇਂ ਕੰਮ ਕਰ ਰਿਹਾ। ਇੱਥੇ ਇਹਨਾਂ ਨੇ ਲਿਖਿਆ
ਕਿ ਇਹ ਜਿਹੜਾ ਬੈਕਟੀਰੀਆ ਹੈ ਇਹ ਬਾਇਓ ਕੰਟਰੋਲ ਕਰਦਾ, ਜਾਣੀ ਕਿ ਜੈਵਿਕ ਕੰਟਰੋਲ ਕਰਦਾ, ਬਿਮਾਰੀਆਂ ਤੋਂ ਬਚਾਉਂਦਾ ਅਤੇ ਨਾਲ ਦੀ ਨਾਲ ਪਲਾਂਟ ਗਰੋਥ ਐਬਿਲਿਟੀ, ਜਾਣੀ ਕਿ ਪੌਦੇ ਦੀ ਜਿਹੜਾ ਵਾਧਾ ਹੈ ਉਸ ਨੂੰ ਵਧਾਉਂਦਾ ਹੈ। ਅੱਗੇ ਆ ਜਾਓ, ਇੱਥੇ ਇਹਨਾਂ ਨੇ ਲਿਖਿਆ ਕਿ ਇਹ ਬਾਇਓਐਕਟਿਵ ਮੈਟਾਬੋਲਾਈਟ ਜਿਵੇਂ ਕਿ ਐਂਟੀਬਾਇਓਟਿਕ ਜਾਣੀ ਕਿ ਪ੍ਰਤੀਜੈਵਿਕ, ਸਾਈਡੇਰੋਫੋਰ ਹੁੰਦਾ ਹੈ ਲੋਹੇ ਦਾ ਜਾਣੀ ਕਿ ਆਇਰਨ ਦਾ ਕੈਰੀਅਰ, ਵੋਲਾਟਾਈਲ ਹੁੰਦਾ ਹੈ ਜਿਹਦੀ ਵੈਪੋਰਾਈਜੇਸ਼ਨ ਹੋ ਜੇ ਜਾਣੀ ਕਿ ਵਾਸ਼ਪੀਕਰਨ ਜਲਦੀ ਹੋ ਜੇ, ਅਤੇ ਗਰੋਥ ਪ੍ਰਮੋਟਿੰਗ ਸਬਸਟਾਂਸ ਉਹ ਚੀਜ਼ਾਂ ਜਿਹੜੀਆਂ ਕਿ ਪੌਦੇ ਦੇ ਵਾਧੇ ਨੂੰ ਪ੍ਰਮੋਟ ਕਰਦੀਆਂ ਨੇ, ਉਹ ਚੀਜ਼ਾਂ ਇਹ ਵਧਾਉਂਦਾ ਹੈ। ਅੱਗੇ ਇਹਨਾਂ ਨੇ ਲਿਖਿਆ ਕਿ ਇਹ ਸੋਇਲ ਬੋਰਨ ਪੈਥੋਜਨ ਜਾਣੀ ਕਿ ਮਿੱਟੀ ਦੇ ਵਿੱਚੋਂ ਪੈਦਾ ਹੋਣ ਵਾਲੇ ਬਿਮਾਰੀ ਫੈਲਾਉਣ ਵਾਲੇ ਜਿਹੜੇ ਕਾਰਕ ਨੇ ਉਹਨਾਂ ਦੇ ਉੱਪਰ ਵੀ ਇਹ ਕੰਟਰੋਲ ਕਰਦਾ ਹੈ। ਇਸ ਦੇ ਨਾਲ ਹੀ ਇਹ ਕੁਝ ਉੱਲੀਆਂ ਅਤੇ ਕੁਝ ਬਿਮਾਰੀਆਂ ਨੂੰ ਵੀ ਕੰਟਰੋਲ ਕਰਦਾ ਹੈ। ਇਸ ਤਰੀਕੇ ਨਾਲ ਅਸੀਂ ਦੇਖ ਸਕਦੇ ਹਾਂ ਜਿਹੜਾ ਸਿਊਡੋਮੋਨਾਸ ਫਲੋਰੈਸੈਂਸ ਹੈ ਇਹ ਇੱਕ ਅਜਿਹਾ ਬੈਕਟੀਰੀਆ ਹੈ ਇਹ ਆਪਣੇ ਵੇਸਟ ਡੀਕੰਪੋਜ਼ਰ ਦੇ ਵਿੱਚ, ਜਿਸ ਦੇ ਸਾਨੂੰ ਬਹੁਤ ਸਾਰੇ ਫਾਇਦੇ ਨੇ। ਹੁਣ ਇੱਕ ਹੋਰ ਤੱਤ ਜਿਹੜਾ ਨਾਈਟ੍ਰੋਜਨ, ਇਹ ਪੌਦਿਆਂ ਵਾਸਤੇ ਬਹੁਤ ਹੀ ਜ਼ਰੂਰੀ ਤੱਤ ਹੈ ਅਤੇ ਇਹ ਸਾਨੂੰ ਬਹੁਤਾਤ ਦੇ ਵਿੱਚ ਸਾਡੇ ਵਾਤਾਵਰਨ ਦੇ ਵਿੱਚ ਮਿਲਦਾ। ਇਹਦੇ 'ਚ 78% ਹਵਾ ਦੇ ਵਿੱਚ ਨਾਈਟ੍ਰੋਜਨ ਗੈਸ ਹੈ ਜਿਹੜੀ ਉਹ ਪ੍ਰੈਜੈਂਟ ਹੁੰਦੀ ਹੈ। ਹੁਣ ਸਾਡੇ ਕੋਲ ਵੇਸਟ ਡੀਕੰਪੋਜ਼ਰ ਦੇ ਵਿੱਚ ਅਜ਼ੋਟੋਬੈਕਟਰ ਨਾਂ ਦਾ ਇੱਕ ਅਜਿਹਾ ਬੈਕਟੀਰੀਆ ਹੈ, ਜੀਵਾਣੂ, ਜਿਹੜਾ ਕਿ ਇਸ ਨਾਈਟ੍ਰੋਜਨ ਨੂੰ ਮਿੱਟੀ ਦੇ ਵਿੱਚ ਫਿਕਸ ਕਰ ਦਿੰਦਾ, ਜਾਣੀ ਕਿ ਮਿੱਟੀ ਦੇ ਵਿੱਚ ਇਹ ਪਾ ਦਿੰਦਾ ਹੈ। ਅਤੇ ਆਹ ਦੇਖੋ ਇੱਥੇ ਨਾਈਟ੍ਰੋਜਨ ਗੈਸ, ਇਸ ਨੂੰ ਅਜ਼ੋਟੋਬੈਕਟਰ ਨੇ ਨਾਈਟ੍ਰੋਜਨ ਫਿਕਸੇਸ਼ਨ ਕਰਤੀ ਅਤੇ ਇਹ ਅਮੋਨੀਆ ਦੇ ਰੂਪ ਦੇ ਵਿੱਚ ਮਿੱਟੀ ਦੇ ਵਿੱਚ ਆ ਗਿਆ। ਹੁਣ ਉਸ ਤੋਂ ਬਾਅਦ ਕੁਝ ਹੋਰ ਬੈਕਟੀਰੀਆ ਨੇ ਸਾਡੇ ਕੋਲ, ਜਿਵੇਂ ਨਾਈਟ੍ਰੋਸੋਮੋਨਾਸ ਅਤੇ ਨਾਈਟ੍ਰੋਬੈਕਟਰ, ਇਹ ਅਮੋਨੀਆ ਨੂੰ ਨਾਈਟ੍ਰੇਟ, ਨਾਈਟ੍ਰਾਈਟ ਅਤੇ ਨਾਈਟ੍ਰੇਟ ਦੇ ਵਿੱਚ ਤਬਦੀਲ ਕਰ ਦਿੰਦਾ ਅਤੇ ਇਹ ਤਿੰਨੇ ਬੈਕਟੀਰੀਏ ਦੇ ਕਾਰਗੁਜ਼ਾਰੀ ਤੋਂ ਬਾਅਦ ਜਿਹੜੀ ਨਾਈਟ੍ਰੋਜਨ ਗੈਸ ਹੈ ਉਹ ਪੌਦਿਆਂ ਦੀਆਂ ਜੜ੍ਹਾਂ ਦੇ ਵਿੱਚ ਆ ਜਾਂਦੀ ਹੈ, ਜਿੱਥੋਂ ਕਿ ਪੌਦੇ ਬੜੀ ਆਸਾਨੀ ਨਾਲ ਉਹਨੂੰ ਲੈ ਸਕਦੇ ਨੇ। ਅਤੇ ਇਸ ਤਰੀਕੇ ਨਾਲ ਹੁਣ ਜਿਹੜਾ ਸਾਡੇ ਕੋਲ ਵੇਸਟ ਡੀਕੰਪੋਜ਼ਰ ਹੈ ਉਹਦੇ ਵਿੱਚ ਜਿਹੜੇ ਜੀਵਾਣੂ ਹੈਗੇ ਉਹ ਨਾਈਟ੍ਰੋਜਨ ਜਿਹੜੀ ਕਿ ਅਸੀਂ ਯੂਰੀਏ ਦੇ ਰੂਪ ਦੇ ਵਿੱਚ ਪਾਉਂਦੇ ਹਾਂ ਉਸ ਦੀ ਪੂਰਤੀ ਦੇ ਵਿੱਚ ਕੁਦਰਤੀ ਤਰੀਕੇ ਨਾਲ ਮਦਦ ਕਰਦੇ ਨੇ, ਜਾਣੀ ਕਿ ਸਿੱਧੇ ਵਾਤਾਵਰਨ ਤੋਂ ਨਾਈਟ੍ਰੋਜਨ ਲੈ ਕੇ ਸਾਡੇ ਪੌਦਿਆਂ ਦੀ ਜੜ੍ਹਾਂ ਤੱਕ ਪਹੁੰਚਾਉਣ ਦਾ ਕੰਮ ਕਰਦੇ ਨੇ। ਅਤੇ ਇਸ ਕਰਕੇ ਇਹ ਜਿਹੜੇ ਸਾਡੇ ਬੈਕਟੀਰੀਏ ਹੈਗੇ ਵੇਸਟ ਡੀਕੰਪੋਜ਼ਰ ਦੇ ਵਿੱਚ, ਇਹਨਾਂ ਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੈ ਸਾਡੇ ਕੋਲ। ਪਰੰਤੂ ਇੱਕ ਇੱਥੇ ਹੋਰ ਵੀ ਗੱਲ ਆਉਂਦੀ ਹੈ ਕਿ ਇਹਨਾਂ ਬੈਕਟੀਰੀਆ ਨੂੰ ਕੰਮ ਕਰਨ ਵਾਸਤੇ ਚੰਗੇ ਤਰੀਕੇ ਨਾਲ ਮਿੱਟੀ ਦੇ ਵਿੱਚ ਮੱਲੜ ਦਾ ਹੋਣਾ ਬਹੁਤ ਜ਼ਰੂਰੀ ਹੈ। ਮੱਲੜ ਜਾਣੀ ਕਿ ਪੌਦਿਆਂ ਅਤੇ ਜਾਨਵਰਾਂ ਦੀ ਰਹਿੰਦ ਖੂੰਹਦ, ਜਿਵੇਂ ਪਰਾਲੀ ਕਹਿ ਸਕਦੇ ਹਾਂ ਜਾਂ ਕਣਕ ਦਾ ਬਾਅਦ 'ਚੋਂ ਜਿਹੜਾ ਬਚਦਾ ਨਾੜ ਹੈ ਉਹ ਕਹਿ ਸਕਦੇ ਹਾਂ। ਜੇ ਅਸੀਂ ਇਹਨਾਂ ਚੀਜ਼ਾਂ ਨੂੰ ਮਿੱਟੀ ਦੇ ਵਿੱਚ ਵਾਹੀਏ ਅਤੇ ਨਾਲ ਦੀ ਨਾਲ ਰੂੜੀ ਦੀ ਖਾਦ ਜਿਹੜੀ ਉਹ ਪਾਉਂਦੇ ਰਹੀਏ ਤਾਂ ਮੱਲੜ ਬਹੁਤ ਭਰਪੂਰ ਮਾਤਰਾ ਦੇ ਵਿੱਚ ਮਿੱਟੀ ਦੇ ਵਿੱਚ ਹੋ ਜਾਂਦਾ ਹੈ ਅਤੇ ਇਹ ਬੈਕਟੀਰੀਏ ਕੁਦਰਤੀ ਤੌਰ 'ਤੇ ਬਹੁਤ ਵਧੀਆ ਤਰੀਕੇ ਨਾਲ ਗਰੋ ਕਰਦੇ ਨੇ। ਵੀਡੀਓ ਕਾਫੀ ਲੰਬੀ ਹੋ ਗਈ ਆ, ਪਰ ਇਹਦਾ ਸਿੱਟਾ ਇਹੀ ਨਿਕਲਦਾ ਹੈ ਕਿ ਵੇਸਟ ਡੀਕੰਪੋਜ਼ਰ ਉੱਥੇ ਹੀ ਕੰਮ ਕਰੂਗਾ ਜਾਂ ਚੰਗੇ ਤਰੀਕੇ ਨਾਲ ਉੱਥੇ ਹੀ ਕੰਮ ਕਰੂਗਾ। ਵੈਸੇ ਥੋੜ੍ਹਾ ਬਹੁਤਾ ਕੰਮ ਤਾਂ ਹਰ ਜਗ੍ਹਾ 'ਤੇ ਇਹ ਕਰੇਗਾ ਹੀ, ਪਰ ਚੰਗੇ ਤਰੀਕੇ ਨਾਲ ਕੰਮ ਉੱਥੇ ਕਰੇਗਾ ਜਿੱਥੇ ਮੱਲੜ ਆਪਣੀ ਧਰਤੀ ਦੇ ਵਿੱਚ ਹੋਊਗਾ। ਮੱਲੜ ਕਿੱਥੋਂ ਆਊਗਾ? ਰੂੜੀ ਤੋਂ, ਪਰਾਲੀ ਤੋਂ, ਨਾੜ ਤੋਂ ਜਾਂ ਜਾਨਵਰਾਂ ਦੇ ਰਹਿੰਦ ਖੂੰਹਦ ਤੋਂ। ਅਤੇ
ਸਾਨੂੰ ਮੱਲੜ ਦੇ ਨਾਲ ਨਾਲ ਇਸ ਦੀ ਵਰਤੋਂ ਕਰ ਲੈਣੀ ਚਾਹੀਦੀ ਹੈ। ਨਾੜ ਨੂੰ ਪਰਾਲੀ ਨੂੰ ਗਾਲਣ ਦੇ ਨਾਲ ਨਾਲ ਇਹ ਸਾਡੇ ਪੌਦਿਆਂ ਨੂੰ ਭਰਪੂਰ ਜਿਹੜੇ ਪੋਸ਼ਕ ਤੱਤ ਉਹ ਵੀ ਦਿੰਦਾ। ਅੱਜ ਲਈ ਇੰਨੀ, ਉਮੀਦ ਕਰਦਾ ਚੰਗਾ ਲੱਗਾ ਹੋਊਗਾ। ਮਿਹਰਬਾਨੀ ਜੀ, ਸ਼ੁਕਰੀਆ।